प्यारे दर्शकों, ਤੁਹਾਡਾ ਨਿੱਘਾ ਸਵਾਗਤ ਹੈ ਸਾਡੇ ਇਸ ਸ਼ੋਅ ਦੇ ਵਿੱਚ। ਅੱਜ ਦੇ ਦਿਨ ਅਸੀਂ ਸ਼ਹੀਦੇ ਆਜ਼ਮ ਊਧਮ ਸਿੰਘ ਨੂੰ ਆਪਣਾ ਅਕਾਦਤ ਪੇਸ਼ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉੱਘੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਹਨ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਹੀਦੇ ਆਜ਼ਮ ਊਧਮ ਸਿੰਘ ਦੀ ਜਿਹੜੀ ਕੁਰਬਾਨੀ ਹੈ, ਜਿਹੜਾ ਉਹਨਾਂ 21 ਸਾਲ ਬਾਅਦ ਬਦਲਾ ਲਿਆ, ਉਹਨਾਂ ਦਾ ਬਦਲਾ ਲੈਣਾ ਹੀ ਅਹਿਮ ਹੈ ਜਾਂ ਕੋਈ ਹੋਰ ਗੱਲ ਨੇ? ਕਿਉਂਕਿ ਸਮਾਜ ਨੂੰ ਉਹ ਬਦਲਣਾ ਚਾਹੁੰਦੇ ਸੀਗੇ। ਜਿਹੜਾ ਸਾਡਾ ਦੇਸ਼ ਆਜ਼ਾਦ ਹੋਇਆ, ਆਜ਼ਾਦੀ ਤੋਂ ਬਾਅਦ ਜਿਹੜੇ ਪਾਸੇ ਨੂੰ ਸਾਡਾ ਸਮਾਜ ਤੁਰਦਾ ਜਾ ਰਿਹਾ ਤੇ ਕਿਸਾਨਾਂ ਨੂੰ 8-8 ਮਹੀਨੇ ਹੋ ਗਏ ਅੰਦੋਲਨ ਕਰਦਿਆਂ ਨੂੰ। ਅੱਜ ਦਾ ਜਿਹੜਾ ਸਮਾਜ ਹੈ, ਉਹਨਾਂ ਦੀ ਕੁਰਬਾਨੀ ਤੋਂ ਕੀ ਸਿੱਖਿਆ ਲੈ ਸਕਦਾ? ਉਹਨਾਂ ਨੇ ਜੋ ਦੇਸ਼ ਦੇ ਲਈ ਘਾਲਣਾ ਘਾਲੀ ਹੈ, ਮਤਲਬ ਉਹ ਸਾਡੇ ਦੇਸ਼ ਦੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਵਿਦੇਸ਼ ਦੇ ਵਿੱਚ ਜਾ ਕੇ ਕੁਰਬਾਨੀ ਦਿੱਤੀ ਹੈ। ਉਹ ਤੋਂ ਇਲਾਵਾ ਮਦਨ ਲਾਲ ਢੀਂਗਰਾ ਵੀ ਹੋਏ ਨੇ ਜਿਨ੍ਹਾਂ ਨੂੰ ਵੀ ਇੰਗਲੈਂਡ ਦੇ ਵਿੱਚ ਫਾਂਸੀ ਦਿੱਤੀ ਗਈ ਸੀਗੀ। ਤੇ ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਉਹਨਾਂ ਦੀ ਕੁਰਬਾਨੀ ਦੀ ਕੀ ਅਹਿਮੀਅਤ ਕੀ ਹੈ ਅੱਜ ਦੇ ਦਿਨ? ਮੈਂ ਪਹਿਲਾਂ ਤਾਂ ਉਹਨਾਂ ਨੂੰ ਨਮਨ ਕਰਦੇ ਹੋਏ ਇੱਕ ਹੈ ਕਿ ਉਹ ਦੁਨੀਆ ਦੇ ਲੋਕੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਜਾਨਾਂ ਨੂੰ। ਸੋ ਇਹ ਸ਼ਹੀਦ ਊਧਮ ਸਿੰਘ ਜੀ ਜਿਨ੍ਹਾਂ ਨੇ ਇੱਕ ਯਤੀਮਖਾਨੇ 'ਚ ਪੜ੍ਹ ਕੇ, ਮੈਂ ਕਹਾਂਗਾ ਜਿੱਥੇ ਮਾਂ ਬਾਪ ਇਹਨਾਂ ਦੇ ਬਚਪਨ 'ਚ ਮਰ ਚੁੱਕੇ ਸੀਗੇ, ਬਹੁਤ ਹੋ ਗਏ ਸੀ, ਉੱਥੇ 10ਵੀਂ ਦੀ ਪੜ੍ਹਾਈ ਕਰੀ। ਉਸ ਜ਼ਮਾਨੇ 'ਚ 10ਵੀਂ ਕਰਨਾ ਬਹੁਤ ਵੱਡੀ ਗੱਲ ਸੀ। 10ਵੀਂ ਕਰਕੇ ਬੰਦਾ ਬੜੀ ਵੱਡੀ ਜਿਵੇਂ ਤਹਿਸੀਲਦਾਰ, ਜ਼ਿਲ੍ਹੇਦਾਰ, ਇਹੋ ਜਿਹੇ ਅਫਸਰ ਲੱਗ ਜਾਂਦੇ ਸੀ। ਆਜ਼ਾਦੀ ਤੋਂ ਬਾਅਦ ਵੀ ਲੱਗਦੇ ਰਹੇ। ਸੋ ਉਹ ਕਰਕੇ ਇਹਦੇ ਬਾਵਜੂਦ ਪਰ ਜਦ ਉਹਨਾਂ ਨੇ ਜਲਿਆਂਵਾਲੇ ਬਾਗ ਦਾ ਮੈਸੇਕਰ ਦੇਖਿਆ, ਉਹਨਾਂ ਦੇ 'ਚ ਇੱਕ ਟਰਾਂਸਫਾਰਮੇਸ਼ਨ ਆਈ। ਉਹ ਟਰਾਂਸਫਾਰਮੇਸ਼ਨ ਆਈ, ਉਹਨਾਂ ਨੂੰ ਲੱਗਿਆ ਵੀ ਇੰਨਾ ਸੁਣ ਉਸ ਜਿਹੜਾ ਮਾਈਕਲ ਐਡਵਾਇਰ ਸੀ, ਗਵਰਨਰ ਜਨਰਲ ਸੀ ਉਦੋਂ, ਤੇ ਜਿਹੜਾ ਰੈਜੀਨਾਲਡ ਐਡਵਰਡ ਹੈਰੀ ਜਨਰਲ ਡਾਇਰ ਸੀ, ਉਹ ਸੀਗਾ ਉੱਥੇ, ਉਹਨੂੰ ਹੈਗਾ ਤਾਂ ਕਰਨਲ ਸੀ ਪਰ ਉਹਨੂੰ ਜਨਰਲ ਕਹੀ ਜਾਂਦੇ ਨੇ। ਉਸ ਨੇ ਗੋਲੀ ਚਲਾਈ ਤੇ ਮਾਈਕਲ ਐਡਵਾਇਰ ਨੇ ਉਹਨੂੰ ਜਸਟੀਫਾਈ ਕਰਿਆ। ਉਹ ਤੋਂ ਉਹਨੂੰ ਬਹੁਤ ਹੀ ਦੁੱਖ ਹੋਇਆ ਕਿਉਂਕਿ ਇੰਨੇ ਬੰਦੇ, ਸੈਂਕੜੇ ਬੰਦੇ ਉਹਦੇ 'ਚ ਮਰ ਗਏ, ਹਜ਼ਾਰਾਂ ਤੋਂ ਉੱਪਰ ਗਿਣਤੀ ਦੱਸਦੇ ਨੇ ਲੋਕ, ਖੂਹ ਦੇ ਵਿੱਚ ਗਿਰ ਕੇ ਸ਼ਹੀਦ ਹੋ ਗਏ। ਤਾਂ ਉਹਦੇ 'ਚ ਮਨ 'ਚ ਇੱਕ ਘਿਰਨਾ ਪੈਦਾ ਹੋ ਗਈ ਇਹ ਬ੍ਰਿਟਿਸ਼ ਰਾਜ ਹੈ ਕੀ। ਉਸ ਤੋਂ ਬਾਅਦ ਉਸਨੇ ਕੁਝ 2-3 ਸਾਲਾਂ 'ਚ ਹੀ ਆਪਣਾ ਸ਼ੁਰੂ ਕਰ ਲਿਆ ਕਿ ਵੀ ਇਹ ਕੰਮ ਠੀਕ ਨਹੀਂ ਹੈ। 1924 'ਚੋਂ ਗਦਰ ਪਾਰਟੀ ਚਲਾ ਗਈ। ਫਿਰ ਉਹ ਭਗਤ ਸਿੰਘ ਦੇ ਨਾਲ ਸਾਥੀ ਬਣ ਗਏ। ਭਗਤ ਸਿੰਘ ਦੇ ਕਹਿਣ ਦੇ ਉੱਤੇ ਉਹਨਾਂ ਨੇ 1927 ਦੇ ਵਿੱਚ 25 ਬੰਦਿਆਂ ਨੂੰ ਲੈ ਕੇ ਆਏ, ਨਾਲ ਕੁਝ ਰਿਵਾਲਵਰ ਸੀ, ਨਾਲ ਗਦਰ ਗੂੰਜ ਅਖਬਾਰ ਸੀ, ਇੱਥੇ ਫੜੇ ਗਏ। ਉਹਦੇ ਵਿੱਚੋਂ ਗਦਰ ਲਹਿਰ ਦਾ ਤੇ ਜਿਹੜਾ ਭਗਤ ਸਿੰਘ ਹੋਰਾਂ ਦੀ ਨੌਜਵਾਨ ਸਭਾ 'ਚ ਉਹਨਾਂ ਨੇ ਭਾਸ਼ਣ ਦਿੱਤਾ। ਜਦੋਂ ਤੁਸੀਂ ਉਹਨਾਂ ਦਾ 1925 'ਚ ਨੌਜਵਾਨ ਸਭਾ 'ਚ ਭਾਸ਼ਣ ਸੁਣਦੇ ਹੋ ਤਾਂ ਤੁਹਾਨੂੰ ਇਹ ਪਤਾ ਲੱਗਦਾ ਵੀ ਸ਼ਹੀਦ ਊਧਮ ਸਿੰਘ 1940 ਦਾ ਕਦਾ ਇਹੀ ਨਹੀਂ ਵੀ ਉਹਨਾਂ ਨੇ ਵੱਧ ਕਰਿਆ ਜਾ ਕੇ। ਉਹ ਸ਼ਹੀਦ ਊਧਮ ਸਿੰਘ ਦੇਸ਼ ਦੇ ਵਾਸਤੇ ਕੁਝ ਕਰਨ ਦੇ ਵਾਸਤੇ ਤਿਆਰੀ 'ਚ ਸੀ ਤੇ ਕਰ ਰਿਹਾ ਸੀ। ਮੇਰੇ ਖਿਆਲ ਗਦਰ ਲਹਿਰ ਨਾਲ, ਗਦਰ ਪਾਰਟੀ ਨਾਲ ਜੁੜਨਾ ਹੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਸੀ ਉਸ ਦੌਰ ਦੇ ਵਿੱਚ। ਹਾਂ, ਬਿਲਕੁਲ ਆਪਣੇ ਆਪ 'ਚ ਹੀ ਬਹੁਤ ਵੱਡੀ ਗੱਲ ਸੀ। ਤੇ ਗਦਰ ਪਾਰਟੀ ਨਾਲ ਜੁੜ ਕੇ ਤੇ ਜਦ ਉਹਨਾਂ ਨੇ ਨੌਜਵਾਨ ਸਭਾ 'ਚ ਜਿਹੜਾ ਉਹਨਾਂ ਦਾ ਭਾਸ਼ਣ ਉਹ ਦੇਖਣ ਕਾਬਲੇ ਗੌਰ ਹੈ ਕਿ ਕਿਵੇਂ ਉਹਨਾਂ ਨੇ ਕਿਹਾ ਵੀ ਨੌਜਵਾਨ ਅੱਜ ਇਕੱਠੇ ਹੋ ਜਾਣ, ਅੱਜ ਜ਼ਰੂਰੀ ਹੈ ਦੇਸ਼ ਨੂੰ, ਜਿਵੇਂ ਕਈ ਵਾਰ ਕਹਿੰਦੇ ਨੇ ਵੀ ਅੱਜ ਦੇਸ਼ ਨੂੰ ਕੁਝ ਜਿੰਦਾਂ ਦੀ ਲੋੜ ਹੈ ਤੇ ਉਹ ਜਿੰਦਾ ਇਹ ਜਵਾਨੀ ਦੇਗੀ। ਸੋ ਉਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਭਾਸ਼ਣ ਕਰਿਆ ਕਿ ਜਿਹੜਾ ਅੰਗਰੇਜ਼ ਸਾਡੇ 'ਤੇ ਜਿੰਨਾ ਜ਼ੁਲਮ ਕਰ ਰਿਹਾ, ਜਿੰਨੀ ਸਾਡੀ ਲੁੱਟ ਕਰ ਰਿਹਾ, ਜਿੰਨੀ ਉਹਨਾਂ ਨੇ ਬਿਆਨ ਕੀਤਾ, ਉਹ ਕਾਬਲੇ ਤਾਰੀਫ ਹੈ। ਉਸ ਤੋਂ ਬਾਅਦ ਜਦ ਉਹਨਾਂ ਨੂੰ ਜੇਲ੍ਹ ਹੋ ਗਈ ਇੱਥੇ, ਉਹ ਪਿਸਤੌਲ ਦੇ ਮਾਮਲੇ 'ਚ ਲੈ ਕੇ ਆਏ ਜਿਹੜੇ ਉਹ ਭਗਤ ਸਿੰਘ ਦੇ ਕਹੇ 'ਤੇ ਲੈ ਕੇ ਆਏ ਸੀ, ਤੇ ਉਹ ਜੇਲ੍ਹ ਕੱਟ ਕੇ ਮੁੜ ਕੇ ਧੁੰਦੇ ਤਾਂ ਪੱਕੇ ਸੀਗੇ, ਫਿਰ ਰੂਪੋਸ਼ ਹੋ ਕੇ ਜਰਮਨੀ ਦੇ ਰਾਹੀਂ ਫਿਰ ਚਲੇ ਗਏ ਆਪਣਾ। ਤੇ ਇੱਥੇ ਉਹ ਉਹਨਾਂ ਦੇ ਬੜੀ ਸਰਵੇਲੈਂਸ ਰੱਖ ਰਹੇ ਸੀ ਉਹ, ਇਹਦੇ ਬਾਵਜੂਦ ਉਹ ਨਿਕਲ ਗਏ। ਤੇ ਉਹਦੇ ਵਿੱਚ ਜਦ ਅਸੀਂ ਉਹਨਾਂ ਦਾ ਦੇਖਦੇ ਹਾਂ ਸਾਰਾ ਕਿ ਇੱਕ ਧੁੰਦੇ ਪੱਕੇ ਹੋ ਕੇ ਆਪਣੇ ਇਰਾਦੇ ਦੇ ਨਾਲ ਕੰਮ ਕਰਦੇ ਗਏ ਕਿ ਅਗਲਾ ਜਿਹੜਾ ਸਾਡਾ ਉਹਦੇ ਵਿੱਚੋਂ ਸਾਨੂੰ ਪਤਾ ਲੱਗਦਾ ਜਿਹੜੇ ਇਹ 2 ਨੌਜਵਾਨ ਸਭਾ 'ਚ ਭਾਸ਼ਣ 2 ਵਾਰੀ ਦਿੱਤਾ ਉਹਨਾਂ ਨੇ। ਉਦੋਂ ਬਾਅਦ ਜਿਹੜਾ ਉਹਨਾਂ ਨੇ ਉੱਥੇ ਕੋਰਟ 'ਚ ਭਾਸ਼ਣ ਦਿੱਤੇ ਬਾਰ-ਬਾਰ, 13 ਮਾਰਚ ਤੋਂ ਸ਼ੁਰੂ ਹੋ ਕੇ ਉਹਨਾਂ ਨੂੰ ਜੂਨ ਦੇ ਵਿੱਚ ਸਜ਼ਾ ਅਨਾਉਂਸ ਕਰ ਦਿੱਤੀ ਗਈ ਤੇ 31 ਜੁਲਾਈ ਨੂੰ ਅੱਜ ਦੇ ਦਿਨ ਆਪਣਾ ਫਾਂਸੀ ਦੇ ਤਖਤੇ 'ਤੇ ਚੜਾ ਦਿੱਤਾ ਗਿਆ। ਉਹ ਬੜੀ ਹੀ ਸੋਚਣ ਵਾਲੀ ਗੱਲ। 2 ਗੱਲਾਂ ਉਹਦੇ 'ਚ ਉਹਨਾਂ ਨੇ ਕਹੀਆਂ ਜਿਹੜੀਆਂ ਅੱਜ ਦੀ ਸਿਚੁਏਸ਼ਨ ਨਾਲ ਹੋਰ ਵੀ ਜ਼ਿਆਦਾ ਰਲਦੀਆਂ ਨੇ। ਪਹਿਲੀ ਗੱਲ ਉਹਨਾਂ ਨੇ ਇਹ ਕਹੀ ਵੀ ਤੁਸੀਂ ਅੰਗਰੇਜ਼ ਇਹ ਆਪਣੇ ਆਪ ਨੂੰ ਸਮਝਦੇ ਹੋ ਕਿ ਅਸੀਂ ਬੜੇ ਸਿਆਣੇ ਹਾਂ, ਅਸੀਂ ਬੜੇ ਡੈਮੋਕ੍ਰੈਟਿਕ ਹਾਂ, ਅਸੀਂ ਲੋਕਾਂ ਨੂੰ ਬੜੇ ਸੱਭਿਅ ਹਾਂ। ਤੁਸੀਂ ਨਾ ਸੱਭਿਅ ਹੋ, ਨਾ ਤੁਸੀਂ ਡੈਮੋਕ੍ਰੇਟ ਹੋ, ਤੁਸੀਂ ਜ਼ਾਲਮ ਹੋ। ਤੁਸੀਂ ਸਾਡੇ ਹਿੰਦੁਸਤਾਨ ਨੂੰ ਕੁੱਤੇ ਕਹਿੰਦੇ ਹੋ, ਜਦ ਕਿ ਕੁੱਤੇ ਤੁਸੀਂ ਆਪ।
ਤੁਸੀਂ ਸਾਨੂੰ ਗੰਦੇ ਕਹਿੰਦੇ ਹੋ ਜਦ ਕਿ ਤੁਸੀਂ ਗੰਦੇ ਹੋ, ਫਿਰਤੀ ਉਹਨਾਂ ਦਾ ਲਫ਼ਜ਼ ਯੂ ਆਰ ਹਾਂਜੀ। ਫਿਰਤੀ। ਸੋ ਤੁਸੀਂ ਖੁਦ ਗੰਦੇ ਹੋ, ਔਰ ਅੰਗਰੇਜ਼ੀ ਚ ਭਾਸ਼ਣ ਦਿੱਤਾ ਉਹਨਾਂ ਨੇ। ਤੇ ਬਲਕਿ ਜੱਜ ਨੇ ਕਿਹਾ ਵੀ ਜਦੋਂ ਪੜ੍ਹਨ ਲੱਗੇ ਵੀ ਮੈਨੂੰ ਸਮਝ ਆਏਗਾ, ਕਹਿੰਦਾ ਥੋੜੀ ਸੁਣ ਲਓਗੇ ਤਾਂ ਸਮਝ ਆ ਜਾਏਗਾ ਆਪੇ। ਬੋਲੇ ਅੰਗਰੇਜ਼ੀ ਚ। ਸੋ ਉਹਦੇ ਵਿੱਚ ਉਹਨਾਂ ਨੇ ਬਾਰ-ਬਾਰ ਇਹ ਕਿਹਾ ਕਿ ਮੈਂ ਜੋ ਕਰਿਆ ਹੈ, ਉਹਨਾਂ ਨੇ ਜੱਜ ਕਹੇ ਵੀ ਤੁਸੀਂ ਆਪਣੀ ਡਿਫੈਂਸ ਚ ਕੁਝ ਕਹੋ। ਉਹ ਕਹਿੰਦੇ ਮੇਰੀ ਇਹੀ ਡਿਫੈਂਸ ਹੈ ਵੀ ਮੈਂ ਇਹ ਜੋ ਕਰਿਆ ਦੇਸ਼ ਵਾਸਤੇ ਕਰਿਆ। ਬਿਲਕੁਲ। ਮੈਂ ਇਹ ਕਰਿਆ ਕਿ ਅੰਗਰੇਜ਼ ਜ਼ਾਲਮ ਹੈ। ਮੈਂ ਇਹ ਕਰਿਆ ਕਿ ਅੰਗਰੇਜ਼ ਸਾਡੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਲੁੱਟ ਰਿਹਾ ਹੈ, ਸਾਡਾ ਪੈਸਾ ਲੁੱਟ ਕੇ ਇੱਥੇ ਲਿਆ ਰਿਹਾ ਹੈ, ਸਾਨੂੰ ਇੱਥੇ ਆਇਆਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ, ਦੇਸ਼ ਧੋਰੀ ਕਿਹਾ ਜਾਂਦਾ ਹੈ। ਤੇ ਜਦ ਅੰਗਰੇਜ਼ ਉਰੇ ਵਾਪਸ ਆਉਂਦੇ ਨੇ ਉੱਥੋਂ ਸਰਵ ਕਰਕੇ, ਤਾਂ ਉਹਨਾਂ ਨੂੰ ਇੱਥੇ ਕਾਮਨਵੈਲਥ ਦਾ ਮੈਂਬਰ ਬਣਾਇਆ ਜਾਂਦਾ ਹੈ, ਕਾਮਨ ਹਾਊਸ ਆਫ ਕਾਮਨਸ ਦਾ। ਸੋ ਇਸ ਕਰਕੇ ਤੁਸੀਂ ਅੰਗਰੇਜ਼ ਜਿਹੜੇ ਹੋ ਸਾਡੇ ਤੇ ਸਾਨੂੰ ਗੁਲਾਮ ਬਣਾ ਕੇ ਸਾਡੇ ਤੇ ਵਹਿਸ਼ੀਆਂ ਨਾਲ ਤਸੱਦਦ ਕਰਦੇ ਹੋ, ਸਾਡੇ ਮੁਲਕ ਦੀ ਲੁੱਟ ਕਰਦੇ ਹੋ, ਸਾਡੇ ਮੁਲਕ ਦਾ ਨੌਜਵਾਨ, ਕਿਸਾਨ, ਮਜ਼ਦੂਰ ਭੁੱਖਾ ਮਰ ਰਿਹਾ ਹੈ, ਔਰ ਉਸ ਨੂੰ ਤੁਸੀਂ ਗੁਲਾਮ ਬਣਾ ਕੇ ਰੱਖਿਆ। ਮੈਂ ਇਸ ਵਾਸਤੇ ਇਹ ਕਰਿਆ ਹੈ ਕਿ ਉਸ ਗੁਲਾਮੀ ਨੂੰ ਕੱਟਣ ਵਾਸਤੇ। ਇਹ ਕੋਈ ਮੈਂ ਇੱਕ ਵਿਅਕਤੀ ਦਾ ਗੱਲ ਨਹੀਂ ਹੈ, ਉਹਨਾਂ ਨੇ ਵੀ ਕਿਹਾ ਇਹ ਇੱਕ ਵਿਅਕਤੀ ਦੀ ਗੱਲ ਨਹੀਂ ਹੈ। ਤੁਹਾਡੇ ਸਾਰੇ ਅੰਗਰੇਜ਼ਾਂ ਨੂੰ ਮੈਂ ਕਹਿਣਾ ਜਿਹੜੇ ਰਾਜ ਕਰਦੇ ਨੇ, ਪਰ ਮੈਂ ਅੰਗਰੇਜ਼ ਕੌਮ ਨੂੰ ਨਹੀਂ ਕਹਿ ਰਿਹਾ, ਮੈਂ ਅੰਗਰੇਜ਼ਾਂ ਦੇ ਵਰਕਰ ਨੂੰ ਨਹੀਂ ਕਹਿ ਰਿਹਾ, ਮੈਂ ਜਿਹੜੇ ਰਾਜ ਕਰਨ ਵਾਲੇ ਅੰਗਰੇਜ਼ ਨੇ ਭਾਰਤ 'ਚ ਉਹਨਾਂ ਸਾਰਿਆਂ ਬਾਰੇ ਕਹਿ ਰਿਹਾ। ਡਾਕਟਰ ਸਾਹਿਬ, ਇੱਕ ਮੈਨੂੰ ਲੱਗਦਾ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਹਾਂਜੀ, ਮਤਲਬ 8 ਮਹੀਨੇ ਤੋਂ ਉੱਪਰ ਹੋ ਗਏ ਹੈ, ਹਾਂਜੀ। ਤੇ ਜਿਹੜੀ ਸ਼ਹੀਦ ਊਧਮ ਸਿੰਘ ਦੀ ਜਿਹੜੀ 21 ਸਾਲ ਦੀ ਵੇਟ ਹੈ, ਹਾਂਜੀ। ਇਹਨਾਂ ਦੇ ਵਿੱਚ ਤੁਸੀਂ ਕੋਈ ਸਮਾਨਤਾ ਦੇਖਦੇ ਹੋ? ਬਹੁਤ ਵੱਡੀ ਸਮਾਨਤਾ, ਬਹੁਤ ਵੱਡੀ ਸਮਾਨਤਾ। ਉਹਨਾਂ ਦੇ ਭਾਸ਼ਣ 'ਚ ਮੈਂ ਦੋਨਾਂ ਗੱਲਾਂ ਦੀ ਸਮਾਨਤਾ ਦੱਸਾਂਗਾ। ਇਹਦੇ ਵਿੱਚ ਸਮਾਨਤਾ ਇਹ ਹੈ ਕਿ ਇੱਕ ਬੰਦੇ ਨੇ 1919 13 ਅਪ੍ਰੈਲ 1919, ਠੀਕ ਹੈ ਜੀ, 13 ਸੀ ਅਪ੍ਰੈਲ ਸਨ 1919 ਹੈ, ਜਲਿਆਂਵਾਲਾ ਦਾ ਕਾਂਡ। ਉੱਥੇ ਉਹਨਾਂ ਨੇ ਫੈਸਲਾ ਕਰ ਲਿਆ ਮਨ ਨਾਲ ਵੀ ਇਹ ਮਾੜੀ ਗੱਲ ਹੋਈ ਹੈ ਤਾਂ ਬਦਲਾ ਲੈਣਾ। ਸ਼ਾਇਦ ਮੈਨੂੰ ਨਹੀਂ ਪਤਾ ਕਿਤੋਂ ਇਹੋ ਜਿਹੇ ਡਾਕੂਮੈਂਟ ਤਾਂ ਨਹੀਂ ਮਿਲਦੇ ਵੀ ਉਹਨਾਂ ਦਾ ਬਦਲਾ ਲੈਣ ਦਾ ਸਰੂਪ ਕੀ ਸੀ। ਉਹਨਾਂ ਨੇ ਬਦਲਾ ਲੈਣ ਦਾ ਫੈਸਲਾ ਕਰਿਆ ਮਨ 'ਚ। ਉਹ ਫੈਸਲੇ 'ਚ ਉਹ ਗਦਰ ਪਾਰਟੀ 'ਚ ਜੁਆਇਨ ਕਰੇ। ਫੈਸਲਾ ਬਦਲਾ ਕੀ ਹੈ? ਬਦਲਾ ਇਹ ਵੀ ਅੰਗਰੇਜ਼ ਨੂੰ ਉਰੋਂ ਖੜਨਾ, ਬਦਲਾ ਤਾਂ ਇਹੀ ਹੈ ਨਾ। ਉਹ ਵੀ ਇੱਕ ਵਿਅਕਤੀ ਨੂੰ ਕਤਲ ਕਰਨਾ ਜਾਂ ਹੋਰ ਇਹੋ ਜਿਹਾ ਕੋਈ ਉਹ ਨਹੀਂ। ਇਹਨੂੰ ਉਖਾੜਨ ਵਾਸਤੇ ਉਹਦੇ ਵਿੱਚ ਉਹ ਲੜੇ ਰਹੇ। ਉਹਨਾਂ ਨੇ ਸਜ਼ਾ ਵੀ ਕੱਟੀ, ਉਹਨਾਂ ਨੇ ਹਥਿਆਰ ਵੀ ਲਿਆਂਦੇ, ਉਹਨਾਂ ਨੇ ਨੌਜਵਾਨਾਂ ਨੂੰ ਹੌਸਲੇ ਵੀ ਦਿੱਤੇ। 25 ਨੌਜਵਾਨਾਂ ਐਵੇਂ ਥੋੜ੍ਹਾ ਆ ਗਏ ਉਹਨਾਂ ਨਾਲ। ਨਹੀਂ, ਇਹ ਵੀ ਹੋਇਆ ਮਤਲਬ ਇੰਗਲੈਂਡ ਦੇ ਵਿੱਚ 2 ਫਿਲਮਾਂ 'ਚ ਵੀ ਉਹਨਾਂ ਹਿੱਸਾ ਲਿਆ, ਤੇ ਇਸੇ ਲਈ ਕਿ ਗਦਰ ਪਾਰਟੀ ਦੀ ਫੰਡ ਇਕੱਠਾ ਕਰਨਾ ਸੀ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਸੋ ਉਹ ਇੱਕ ਦੂਜੀ ਗੱਲ ਮੈਂ ਕਹਾਂਗਾ ਵੀ ਜਿੱਥੇ ਕੰਸਿਸਟੈਂਟ ਕੰਮ ਕਰਦੇ ਗਏ, ਜਿਹੜਾ ਉਹਨਾਂ ਨੇ ਮਨ 'ਚ ਹੌਲੀ ਹੌਲੀ ਉਹਨਾਂ ਨੂੰ ਹੋ ਗਿਆ ਵੀ ਇਹ ਬੰਦੇ ਮਾੜੇ ਸੀ ਜਿਨ੍ਹਾਂ ਨੇ ਮਾਰੇ, ਇਹਦਾ ਵੀ ਬਦਲਾ ਲੈਣਾ ਚਾਹੀਦਾ। ਹਾਂਜੀ। ਉਹ ਬਦਲਾ ਲੈਣ ਵਾਸਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ 21 ਸਾਲ 31 ਜੁਲਾਈ ਆਪਾਂ ਆ ਗਈ, ਚਲੋ ਤੇ ਆਪਾਂ ਉਹ ਲੈ ਲਈਏ, ਮਾਰਚ ਲੈ ਲਈਏ, ਠੀਕ ਹੈ। 13 ਮਾਰਚ ਜੇ ਅਸੀਂ ਦੇਖੀਏ, ਉਦੋਂ ਪਹਿਲਾਂ ਜੇ ਅਸੀਂ ਲਈਏ, ਜੇ ਉਹ ਆਪਾਂ 1940 ਦਾ ਲੈ ਲਈਏ ਤੇ 1919 ਤੋਂ 1940 13 ਅਪ੍ਰੈਲ ਤੋਂ ਜੇ ਆਪਾਂ ਗਿਣੀਏ ਤਾਂ 21 ਸਾਲ ਹੋ ਗਏ। 21 ਸਾਲ ਬੰਦੇ ਦੇ ਅੰਦਰ ਅੱਗ ਧੁਖਦੀ ਰੱਖੀ, ਉਹਨੂੰ ਬੁਝਣ ਨਹੀਂ ਦਿੱਤਾ। ਇੰਨਾ ਲੰਮਾ ਅਰਸਾ, ਅੱਜ ਕਈ ਜਿਵੇਂ 8 ਮਹੀਨੇ ਹੋ ਗਏ ਜੀ ਅੰਦੋਲਨ ਨੂੰ, 9 ਮਹੀਨੇ ਹੋ ਗਏ ਜੀ, ਹਾਲਾਂਕਿ ਇਸ ਨੂੰ 8-9 ਮਹੀਨੇ ਨਹੀਂ ਹੋਏ, ਇਹਨੂੰ 2.5 ਸਾਲ ਹੋ ਗਏ। ਮੈਂ ਦੱਸਦਾ ਕਿਵੇਂ, ਇਹਨੂੰ ਵੀ 2.5 ਸਾਲ। ਇਹ ਉਦੋਂ ਸ਼ੁਰੂ ਹੋਇਆ ਜਿੱਥੇ ਰਾਜੇਵਾਲ ਜੀ ਨੇ ਕਹਿਣਾ ਸ਼ੁਰੂ ਕਰਤਾ, ਇੱਥੇ ਕਾਨਫਰੰਸਾਂ ਮੀਟਿੰਗਾਂ ਕਰੀਆਂ ਤੇ ਵਿਰੋਧੀ ਪਾਰਟੀਆਂ ਨੇ ਵੀ ਕਰੀਆਂ, ਰਾਜ ਕਰਨੀਆਂ ਪਾਰਟੀਆਂ, ਕਿਸਾਨ ਭਵਨ 'ਚ, ਕਿ ਭਾਈ ਇਹ ਸਾਰਾ ਲੁੱਟਿਆ ਜਾਣਾ ਕੰਮ। ਉਦੋਂ ਤੋਂ ਸ਼ੁਰੂ ਹੋ ਕੇ ਫਿਰ ਪੰਜਾਬ ਦੇ ਵਿੱਚ ਜਦ ਇਹ ਆਰਡੀਨੈਂਸ ਆਏ, ਉਦੋਂ ਕਿੰਨੇ ਲੋਕਾਂ ਨੂੰ ਆਰਗੇਨਾਈਜ਼ ਕਰਿਆ, ਫਿਰ ਇਹ ਇਕੱਠੀਆਂ ਹੋਈਆਂ ਜਥੇਬੰਦੀਆਂ, ਫਿਰ ਇੱਥੇ ਟੋਲ ਪਲਾਜ਼ੇ ਘੇਰੇ, ਪੈਟਰੋਲ ਪੰਪ ਘੇਰੇ, ਸਾਈਡੋ ਘੇਰੇ। ਉਹ ਲੰਬਾ ਅੰਦੋਲਨ ਆਇਆ। ਦਿੱਲੀ ਦੇ ਮੂੰਹਾਂ 'ਚ 8 ਮਹੀਨੇ ਤੋਂ ਵੱਧ ਹੋਇਆ, ਪਰ ਇਹ ਅੰਦੋਲਨ ਨੂੰ 2.5 ਸਾਲ ਹੋ ਗਏ। ਇੱਕ ਤਾਂ ਹੁਣ ਵੀ ਉਹ ਕਿਸਾਨ ਅੰਦੋਲਨ ਬਹੁਤ ਪੁਰਾਣਾ, ਪਰ ਇਸ ਅੰਦੋਲਨ ਨੂੰ ਵੀ ਜਿਹੜਾ ਪਾਰਟੀਕੂਲਰਲੀ ਇਹਨਾਂ ਬਿੱਲਾਂ ਦੀਆਂ, ਇਹਨਾਂ ਨੀਤੀਆਂ ਦੇ ਖਿਲਾਫ। ਸੋ ਇਸ ਕਰਕੇ ਜਿਹੜੇ ਕਾਲੇ ਪੈ ਰਹੇ ਨੇ, ਊਧਮ ਸਿੰਘ ਵੀ ਨੌਜਵਾਨ ਸੀ। ਹਾਂਜੀ ਹਾਂਜੀ। ਔਰ ਊਧਮ ਸਿੰਘ ਉਦੋਂ 1899 ਜਿਹੜਾ 26 ਦਸੰਬਰ 1899 ਨੂੰ ਜਨਮਿਆ, ਤੇ 1919 'ਚ ਉਹਦੀ ਉਮਰ ਕਿੰਨੀ ਸੀ? 20 ਸਾਲ ਦੀ। 20 ਸਾਲ ਦਾ ਨੌਜਵਾਨ ਤਾਂ ਮਤਲਬ ਇੰਨਾ ਠਰਮਾ ਰੱਖ ਸਕਦਾ ਹੈ ਜੋ ਅਸੀਂ ਅੱਜ ਸਾਡੇ 25 30 ਸਾਲ ਦੇ ਕਾਲੇ ਪੈ ਜਾਂਦੇ ਨੇ। ਸੋ ਇੱਕ ਤਾਂ ਇਹ ਸਿੱਖਿਆ ਦੀ ਲੋੜ ਹੈ ਸਾਨੂੰ। ਦੂਜੀ ਉਹਦੇ 'ਚ ਕੀ ਹੈ? ਦੂਜੀ ਉਹਨਾਂ ਨੇ ਜਿਹੜਾ ਕੁਝ ਕਿਹਾ ਕਿ ਤੁਸੀਂ ਸਾਨੂੰ ਮਾੜੇ ਕਹਿੰਦੇ ਹੋ, ਤੁਸੀਂ ਆਪਣੇ ਆਪ ਨੂੰ ਸੱਭਿਅ ਕਹਿੰਦੇ ਹੋ, ਤੁਸੀਂ ਕਹਿੰਦੇ ਹੋ ਅਸੀਂ ਡੈਮੋਕ੍ਰੈਟਿਕ ਹਾਂ, ਤੁਸੀਂ ਆਪ ਖੁਦ ਮਾੜੇ ਹੋ, ਤੁਸੀਂ ਖੁਦ ਗੰਦੇ ਹੋ। ਇਹ ਗੱਲ ਅੱਜ ਸਾਡੇ ਕਿਸਾਨਾਂ ਨੂੰ ਕਹੀ ਜਾ ਰਹੀ ਹੈ ਕਿ ਯੂ ਆਰ 50। ਕਿਵੇਂ ਕਹਿੰਦੇ? ਤੁਸੀਂ ਮਵਾਲੀ ਹੋ, ਤੁਸੀਂ ਨਕਸਲਾਈਟ ਹੋ, ਤੁਸੀਂ ਅੱਤਵਾਦੀ ਹੋ। ਕੇਂਦਰੀ ਮੰਤਰੀ ਜਿਹੜੀ ਉਹਨੇ ਕਹਿ ਰਹੀ ਹੈ ਵੀ ਮਵਾਲੀ ਨੇ ਜੀ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ। ਔਰ ਦੂਜੇ ਇਹ ਕਹਿੰਦਾ ਦੇਸ਼ ਤੋਂ ਹੀ ਹੋ, ਇਹੀ ਅੰਗਰੇਜ਼ ਕਹਿੰਦਾ ਸੀ ਸਾਨੂੰ, ਤੁਸੀਂ ਦੇਸ਼ ਤੋਂ ਹੀ ਹੋ। ਕਹਿੰਦਾ ਦੇਸ਼ ਕੇ ਗਦਾरों को गोली मारो सालों को, नारा लाया अपना टिकाई साहब की स्टेज ਤੇ ਆ ਕੇ। ਸੋ ਉਸ ਨੇ ਜਿਹਨੇ ਇਹ ਨਾਰਾ ਲਾਇਆ ਸੀ, ਉਹ ਅੱਜ ਵੱਡਾ ਮੰਤਰੀ ਬਣ ਗਿਆ।
ਉਹ ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾਤਾ। ਹਾਂਜੀ। ਸੋ ਬਿਲਕੁਲ ਉਹਦੇ ਨਾਲ ਸਿਮਿਲਰ ਹੋ ਰਿਹਾ ਵੀ ਜਿਹੜੇ ਰਾਜ ਕਰਨ ਵਾਲੇ ਨੇ ਉਹ ਆਪਣੇ ਆਪ ਨੂੰ ਸਭ्य ਕਹਿੰਦੇ ਨੇ। ਦਿੱਲੀ ਦੀਆਂ ਚੋਣਾਂ 'ਚ ਨਾਂ ਲਾਇਆ ਸੀ ਇਹਨਾਂ ਨੇ, ਗੋਲੀ ਮਾਰੋ ਦੇਸ਼ ਕੇ ਗੁਦਾਰੋਂ ਕੋ। ਦਿੱਲੀ ਦੀਆਂ ਚੋਣਾਂ ਚ ਲਾਇਆ ਸੀ, ਸ਼ਹੀਨ ਬਾਗ ਚ ਲਾਇਆ ਹਾਂਜੀ ਸੀ। ਹਾਂਜੀ ਸ਼ਹੀਨ ਬਾਗ 'ਚ ਜਾ ਕੇ ਨਾਰਾ ਲਾਇਆ, ਦਿੱਲੀ ਦੀਆਂ ਚੋਣਾਂ ਦੇ ਉੱਤੇ ਇਹ ਟੁਕਾਇਆ। ਹਾਂਜੀ। ਫਿਰ ਇਹਨਾਂ ਨੇ ਆ ਕੇ ਇੱਥੇ ਲਾਇਆ ਟਕੈਤ ਸਾਹਿਬ ਦੀ ਸਟੇਜ ਦੇ ਉੱਤੇ, ਇਹਨਾਂ ਦਾ ਬੰਦਾ ਗਿਆ ਐਮਐਲਏ, ਉਹਨੇ ਵੀ ਉਦੋਂ ਲਾਇਆ ਇਹ ਨਾਰਾ, ਮੈਂ ਆਪ ਸੁਣਿਆ। ਸੋ ਇਹ ਜਿਹੜਾ ਦੂਜਿਆਂ ਨੂੰ ਗਦਾਰ ਕਹਿੰਦੇ ਨੇ, ਇਹ ਆਪ ਗਦਾਰ ਨੇ। ਇਹ ਕਹਿੰਦੇ ਅਸੀਂ ਬੜੇ ਸੱਭਿਆ, ਅਸੀਂ ਬੜੇ ਧਰਮ ਦਾ, ਅਸੀਂ ਬੜੇ ਆਪਣੀ ਸੰਸਕ੍ਰਿਤੀ ਦਾ ਪਾਲਣ ਕਰਦੇ ਹਾਂ। ਇਹ ਸਾਰੀ ਸੰਸਕ੍ਰਿਤੀ ਦਾ ਭੱਠਾ ਉਤਾਰ ਰਹੇ ਨੇ। ਇਹ ਜਿਹੜੇ ਨੇ ਕਹਿੰਦੇ ਨੇ ਵੀ ਅਸੀਂ ਦੇਸ਼ ਦਾ ਵਿਕਾਸ ਕਰ ਰਹੇ ਹਾਂ, ਇਹ ਦੇਸ਼ ਨੂੰ ਵੇਚ ਰਹੇ ਨੇ। ਇਹੀ ਕੁਝ ਅੰਗਰੇਜ਼ ਕਰਦਾ ਸੀ, ਉਹ ਵੀ ਉਹਨੂੰ ਲੁੱਟ ਕੇ ਜਾਂਦਾ ਸੀ, ਲੋਕਾਂ ਦੀ ਸਾਰੀ ਜ਼ਮੀਨ ਉਹ ਸਾਰਾ ਆਪਦੇ ਕੋਲ ਕਬਜ਼ੇ 'ਚ ਕਰਕੇ ਤੇ ਲੋਕਾਂ ਦਾ ਕਚੂਮਰ ਕੱਢ ਕੇ ਵੀ ਇਹੀ ਕੁਝ ਕਰ ਰਹੇ ਨੇ। ਸੋ ਇਸ ਕਰਕੇ ਅੱਜ ਜਿਹੜਾ ਉਹਨਾਂ ਦੇ ਖਿਲਾਫ ਲੜ ਰਿਹਾ ਹੈ, ਉਹਨੂੰ ਉਹੇ ਜਿਹੇ ਹੀ ਤਕੀਆ ਕਲਾਮ, ਹਾਂਜੀ, ਉਹੇ ਜਿਹੀ ਹੀ ਸ਼ਬਦਾਵਲੀ, ਉਹੇ ਜਿਹਾ ਹੀ ਵਰਤਾਓ ਉਹਨਾਂ ਨਾਲ ਕਰਿਆ ਜਾ ਰਿਹਾ ਰਾਜ ਕਰਨ ਵਾਲਿਆਂ ਵੱਲੋਂ, ਜਿਹੋ ਜਿਹਾ ਅੰਗਰੇਜ਼ ਕਰਦੇ ਸੀ ਆਜ਼ਾਦੀ ਘੁਲਾਟੀਆਂ ਦੇ ਨਾਲ। ਸੋ ਇੱਕ ਤਾਂ ਇਹ ਸਿਮਿਲਰਿਟੀ ਹੈ। ਦੂਜੀ ਸਿਮਿਲਰਿਟੀ ਇਹ ਹੈ ਵੀ ਜ਼ਾਲਮ ਵੀ ਉਨੇ ਨੇ, ਜਿਵੇਂ ਅੰਗਰੇਜ਼ ਜ਼ਾਲਮ ਸੀ, ਗੋਲੀਆਂ ਚਲਾਤੀਆਂ, ਜੇ ਕਰਤਾ ਉਹ ਕਰਤਾ, ਮਾਰਤਾ, ਗੁੰਡੇ ਇਕੱਠੇ ਕਰਤੇ। ਜਿਹੜੇ ਗੁਰਦੁਆਰੇ ਵਿੱਚ ਨਰੈਣ ਮਹੰਤ ਨਰੈਣ ਉਹਨੇ ਗੁੰਡੇ ਅੰਗਰੇਜ਼ਾਂ ਦੀ ਸ਼ਾਹ ਨਾਲ ਹੀ ਇਕੱਠੇ ਕਰੇ ਹੋਏ ਸੀ, ਜਿੱਥੇ 200 ਸਿੰਘ ਸ਼ਹੀਦ ਹੋਇਆ। ਸੋ ਇਸ ਕਰਕੇ ਉਹ ਤਰੀਕਾ ਕਿ ਗੁੰਡੇ ਭੇਜ ਕੇ, ਗੁੰਡਿਆਂ ਦੇ ਰਾਹੀਂ, ਪੁਲਿਸ ਦੀ ਸ਼ਹਿ 'ਚ ਗੁੰਡਿਆਂ ਦੇ ਰਾਹੀਂ ਤੁਸੀਂ ਜਿਹੜੇ ਅੰਦੋਲਨਕਾਰੀ ਨੇ ਉਹਨਾਂ ਨੂੰ ਖਦੇੜੋ, ਉਹਨਾਂ ਦੇ ਕਤਲ ਕਰੋ, ਉਹਨਾਂ ਨੂੰ ਜਲਾਓ। ਇਹ ਕੁਛ ਕਰ ਰਹੇ ਨੇ। ਟਰਾਲੀਆਂ 'ਚ ਅੱਗ ਲਵਾਈ ਹੈ ਇਹਨਾਂ ਨੇ ਉੱਥੇ ਚੋਰੀਆਂ ਕਰਾਈਆਂ ਨੇ, ਇਹਨਾਂ ਨੂੰ ਉੱਥੇ ਕਤਲ ਕਰਨ ਵਾਸਤੇ ਬੰਦੇ ਭੇਜੇ ਨੇ, ਇਹਨਾਂ ਨੇ ਉੱਥੇ ਪੱਥਰਬਾਜ਼ੀ ਕਰਾਉਣ ਦੀ ਕੋਸ਼ਿਸ਼ ਕਰੀ ਹੈ ਹਰ ਜਗ੍ਹਾ 'ਤੇ। ਇਹਨਾਂ ਨੇ ਬਹਾਨੇ ਨਾਲ ਕਿਸੇ ਦਾ ਰਸਤਾ ਖਾਲੀ ਕਰਾਉਣਾ, ਕੋਈ ਜਾਤ ਪਾਤ ਨੂੰ ਵਰਤਿਆ, ਜਿਵੇਂ ਅੰਗਰੇਜ਼ ਵਰਤਦਾ ਸੀ। 1919 ਤੋਂ ਬਾਅਦ ਅੰਗਰੇਜ਼ ਨੇ ਦੋ ਗੱਲਾਂ ਕਰਨੀਆਂ। ਉਹਨੇ ਦੇਖਿਆ ਕਿ ਇਕੱਠੇ ਹੋ ਗਏ, ਉਹਨੇ ਇੱਕ ਪਾਸੇ ਜਮਾਤ ਇਸਲਾਮੀ ਖੜੀ ਕਰਤੀ, ਦੂਜੇ ਪਾਸੇ ਹਿੰਦੂ ਮਹਾਸਭਾ ਕਰਤੀ। ਤੇ ਸਿੱਖ ਜੀ ਉਹਨਾਂ ਦੇ ਉਹਨੇ ਟੇਟੇ ਨਹੀਂ ਜੜੇ। ਫਿਰ ਉਹਨਾਂ ਨੇ ਸਿੱਖਾਂ ਦੇ ਵਿੱਚ ਚੀਫ ਖਾਲਸਾ ਦੀਵਾਨ ਹੌਲੀ ਹੌਲੀ ਉਹਦੇ ਰਾਹੀਂ ਕੁਛ ਕਰਨ ਦਾ, ਸੰਤਾਂ ਦੇ ਰਾਹੀਂ ਬਣਾ ਕੇ ਕਰਨ ਦੀ ਕੋਸ਼ਿਸ਼ ਕਰੀ। ਸੋ ਅੱਜ ਬਿਲਕੁਲ ਸਿਮਿਲਰ ਸਿਚੁਏਸ਼ਨ ਹੈ ਕਿ ਜਿਹੜਾ ਇੱਕ ਪਾਸੇ ਜਿਵੇਂ ਉਸ ਵਕਤ ਇੱਕ ਗਦਰ ਮੂਵਮੈਂਟ ਚੱਲ ਰਹੀ ਸੀ, ਨੌਜਵਾਨ ਭਾਰਤ ਸਭਾ ਵਾਲਿਆਂ ਦੀ ਮੂਵਮੈਂਟ ਚੱਲ ਰਹੀ ਸੀ, ਜਿਵੇਂ ਉਸ ਵੇਲੇ ਕੁਝ ਹੋ ਰਿਹਾ ਸੀ, ਉਵੇਂ ਜਿਵੇਂ ਜੋ ਦੇਸ਼ ਦੀ ਹਾਲਤ ਸੀ, ਅੱਜ ਵੀ ਦੇਸ਼ ਦੀ ਹਾਲਤ ਉਨੀ ਨਹੀਂ ਹੈ। ਜਿਵੇਂ ਉਹ ਮੂਵਮੈਂਟਾਂ ਚੱਲਦੀਆਂ ਸੀ, ਅੱਜ ਕਿਸਾਨੀ ਮੂਵਮੈਂਟ ਨਾਲ ਕਿਤੇ ਹੋਰ ਮੁਲਾਜ਼ਮਾਂ ਦੀ, ਕਿਤੇ ਹੋਰ ਦੀ 100 ਚੱਲ ਰਹੀਆਂ ਨੇ। ਤੇ ਉਸੇ ਤਰ੍ਹਾਂ ਹੀ ਜਿਵੇਂ ਸਰਕਾਰ ਜ਼ੁਲਮ ਕਰਦੀ ਸੀ, ਜਿਵੇਂ ਸਰਕਾਰ ਰਿਪਰੈਸ਼ਨ ਕਰਦੀ ਸੀ, ਜਿਵੇਂ ਸਰਕਾਰ ਲੁੱਟ ਕਰਦੀ ਸੀ, ਜਿਵੇਂ ਸਰਕਾਰ ਜਾਤ ਪਾਤ ਦੇ ਧਰਮ ਦੇ ਬਖੇੜੇ ਪਾਉਂਦੀ ਸੀ, ਜਿਵੇਂ ਸਰਕਾਰ ਗੁੰਡੇ ਬਦਮਾਸ਼ ਭੇਜ ਕੇ, ਆਪਦੇ ਏਜੰਟ ਭੇਜ ਕੇ ਅੰਦੋਲਨਕਾਰੀਆਂ ਨੂੰ ਖਦੇੜਦੀ ਸੀ, ਮਾਰਦੀ ਸੀ, ਕੁੱਟਦੀ ਸੀ, ਇਹ ਸਭ ਕੁਝ ਕਰਦੀ ਸੀ। ਤੇ ਐਟ ਦੀ ਸੇਮ ਟਾਈਮ ਇਹ ਕਹਿੰਦੀ ਸੀ ਕਿ ਅਸੀਂ ਤਾਂ ਬੜੇ ਸੱਭਿਅ ਹਾਂ, ਅਸੀਂ ਤਾਂ ਤੁਹਾਨੂੰ ਸੱਭਿਅਤਾ ਸਿਖਾਉਣ ਆਏ ਹਾਂ, ਤੁਹਾਨੂੰ ਤਾਂ ਰਾਜ ਨਹੀਂ ਕਰਨਾ ਆਏਗਾ, ਤੁਸੀਂ ਤਾਂ ਗੁਲਾਮ ਜ਼ਿਹਨੀਅਤ ਦੇ ਬੰਦੇ ਹੋ, ਤੁਸੀਂ ਕਾਲੇ ਲੋਕ ਜਿਹੜੇ। ਸੋ ਅੱਜ ਬਿਲਕੁਲ ਸਾਡੀ ਸਰਕਾਰ, ਜਿਹਨੂੰ ਅਸੀਂ ਸਾਡੀ ਸਰਕਾਰ ਕਹਿੰਦੇ ਹਾਂ, ਸਾਡੀ ਸਰਕਾਰ ਜਿਹਨੇ ਬਿਲਕੁਲ ਕੋਈ ਆਜ਼ਾਦੀ 'ਚ ਹਿੱਸਾ ਨਹੀਂ ਲਿਆ। ਜਿਵੇਂ ਅੰਗਰੇਜ਼ਾਂ ਨੇ ਕੋਈ ਭਾਰਤ ਦਾ ਵਿਕਾਸ ਥੋੜ੍ਹਾ ਆਪਦਾ, ਇੱਥੇ ਦੇ ਸਰੋਤ ਤਾਂ ਇੱਥੋਂ ਦੇ ਸੀ, ਬਿਲਕੁਲ ਅੰਗਰੇਜ਼ ਨੂੰ ਲੁੱਟਣ ਆਇਆ ਸੀ। ਇਹਨਾਂ ਨੇ ਆਜ਼ਾਦੀ 'ਚ ਕੋਈ ਹਿੱਸਾ ਨਹੀਂ ਲਿਆ। ਇਹ ਉੱਥੇ ਕਾਬਜ਼ ਹੋ ਕੇ ਅੱਜ ਉਹੀ ਤਕੀਆ ਕਲਾਮ ਵਰਤ ਰਹੇ ਨੇ, ਉਸੇ ਤਰ੍ਹਾਂ ਹੀ ਦੇਸ਼ ਨੂੰ ਲੁੱਟ ਕਰ ਰਹੇ ਨੇ, ਉਸੇ ਤਰ੍ਹਾਂ ਹੀ ਦੇਸ਼ ਦੇ ਸਰੋਤਾਂ ਨੂੰ ਹੁਣ ਵੇਚ ਰਹੇ ਨੇ, ਸ਼ਰੇਆਮ ਬਾਹਰਲਿਆਂ ਨੂੰ। ਕਾਨਾਂ ਵੀ ਵੇਚਤੀਆਂ, ਸਮੁੰਦਰ ਵੀ ਵੇਚਤਾ, ਧਰਤੀ ਦੇ ਥੱਲਾ ਵੀ ਵੇਚਤਾ, ਉੱਪਰ ਵੀ ਵੇਚਤਾ, ਅੰਤਰਿਕਸ਼ ਵੀ ਵੇਚਤਾ। ਇੱਥੇ ਜਿੰਨੇ ਅਦਾਰੇ ਸੀ, ਚਾਹੇ ਉਹ ਬੰਦਰਗਾਹਾਂ ਸੀ, ਚਾਹੇ ਉਹ ਹਵਾਈ ਅੱਡੇ ਸੀ, ਚਾਹੇ ਉਹ ਰੇਲਵੇ ਸਟੇਸ਼ਨ ਸੀ, ਉਹ ਵੀ ਵੇਚਦੇ, ਚਾਹੇ ਇੱਥੋਂ ਦੀਆਂ ਸੜਕਾਂ ਵੀ ਵੇਚਦੀਆਂ। ਜੇ ਅਸੀਂ ਦੇਖੀਏ ਇੱਥੋਂ ਦੇ ਚੰਗੇ ਅਦਾਰੇ, ਜਿਹੜੇ ਇੰਡਸਟਰੀ ਅਦਾਰੇ ਸੀ, ਉਹ ਵੀ ਵੇਚ ਦਿੱਤੇ ਨੇ ਹੈ। ਤੇ ਜਦ ਤੁਸੀਂ ਸਾਰੇ LIC ਵੇਚਦੀ, BSNL ਵੇਚਦੀ, ਜਿਹੜੇ ਅਦਾਰੇ ਬਹੁਤ ਵੱਡੇ ਵੱਡੇ, ਰੇਲਵੇ ਪ੍ਰਾਈਵੇਟਾਈਜੇਸ਼ਨ ਵੱਲੋਂ ਵੱਧ ਗਏ। ਸੋ ਜਿਹੜੇ ਵੱਡੇ ਵੱਡੇ ਅਦਾਰੇ ਦੇਸ਼ ਦੀ ਕੀ ਅਦਾਰੇ, ਬਿਜਲੀ ਬੋਰਡ, ਐਨਰਜੀ ਔਰ ਮੂਵਮੈਂਟ, ਇਹ ਦੋ ਚੀਜ਼ਾਂ ਜਿਹੜੀਆਂ ਕੀ ਇੰਡਸਟਰੀਜ਼ ਹੁੰਦੀਆਂ ਨੇ, ਜੇ ਅਸੀਂ ਕਹੀਏ, ਉਹ ਦੋਨੇ ਕੀ ਇੰਡਸਟਰੀ ਵੇਚਦੀਆਂ ਇਹਨਾਂ ਨੇ। ਜਿੱਦਾਂ ਤੁਸੀਂ ਰੇਲਵੇ ਬੰਦ ਕਰ ਦਿਓ, ਊਰਜਾ ਬੰਦ ਕਰ ਦਿਓ, ਉਹਦੇ ਸੋਸਾਇਟੀ ਬੰਦ ਹੋ ਜਾਏਗੀ। ਜਦ ਟੋਟਲ ਬੰਦ ਕਰ ਦਿਓ, ਮੂਵਮੈਂਟ ਬੰਦ ਕਰ ਦਿਓ, ਊਰਜਾ ਬੰਦ ਕਰ ਦਿਓ, ਸੋਸਾਇਟੀ ਖੜੋਤ ਚੱਲ। ਜਿਹੜੇ ਵੀ ਰੈਵੋਲੂਸ਼ਨਰੀ, ਜਿਹੜੇ ਵੀ ਸਮਾਜ ਨੂੰ ਤਬਦੀਲ ਕਰਨ ਵਾਲੇ, ਉਹ ਕਹਿੰਦੇ ਵੀ ਦੋ ਕਈ ਇੰਡਸਟਰੀ ਦੇ ਹਿੱਟ ਕਰ ਦਿਓ, ਜੇ ਤਕੜੇ ਦੋਹਾਂ ਨੂੰ ਬੰਦ ਕਰ ਦਿਓ, ਫਿਰ ਕੋਈ ਨਾ ਫੌਜ ਨਾ ਪੁਲਿਸ ਕੁਝ ਨਹੀਂ ਕਰ ਸਕਦੇ। ਸੋ ਅੱਜ ਇਹ ਉਹਨੂੰ ਵੇਚ ਰਹੇ ਨੇ, ਬਾਹਰਲਿਆਂ ਨੂੰ ਦੇ ਰਹੇ ਨੇ। ਜਿਵੇਂ ਅੰਗਰੇਜ਼ ਜਸੂਸੀ ਕਰਦਾ ਸੀ, ਜਿਵੇਂ ਇਹਨਾਂ ਦੀ ਸਰਵੇਲੈਂਸ ਕਰਦੇ ਰਹੇ। ਸ਼ਹੀਦ ਊਧਮ ਸਿੰਘ ਜੀ ਦੀ 32-33 ਤੋਂ ਲੈ ਕੇ 33 'ਚ ਜਦ ਆਏ 5 ਸਾਲ ਦੀ, ਉਸ ਤੋਂ ਬਾਅਦ 32 'ਚ ਬਾਹਰ, ਤੇ ਉਸ ਤੋਂ ਲਗਾਤਾਰ ਉਹਦੀ ਸਰਵੇਲੈਂਸ ਕਰਦੇ ਰਹੇ। ਉਹ ਗੱਲ ਵੱਖਰੀ, ਉਹ ਉਦੋਂ ਤਿੱਕੇ ਸੀਗੇ ਜਿਵੇਂ ਅੰਗਰੇਜ਼ ਕਰਦੇ ਨੇ ਅੱਜ ਪੈਗਾ ਸੱਸੇ ਵਾਲਾ। ਸੋ ਇਸ ਕਰਕੇ ਅੱਜ ਜੇ ਅਸੀਂ ਸਿਮਿਲਰਿਟੀ ਦੀ ਵੀ ਗੱਲ ਕਰੀਏ, ਅੱਜ ਸਿਮਿਲਰ ਉਹੀ ਜਿਹੀ ਸਿਚੁਏਸ਼ਨ ਹੀ ਹੈ। ਇੱਕ ਫਰਕ ਹੈ ਉਹਦੇ 'ਚ, ਅੱਜ ਸਾਡਾ ਨੌਜਵਾਨ ਅਜੇ ਉਨਾ ਤਿਆਰ ਨਹੀਂ ਹੋਇਆ ਜਿੰਨਾ ਉਦੋਂ ਨੌਜਵਾਨ ਜ਼ਿਆਦਾ ਤਿਆਰ। ਇਹ ਨਹੀਂ ਮੈਂ ਕਹਿੰਦਾ ਉਹ ਤਿਆਰ ਨਹੀਂ ਹੈ, ਕਾਫੀ ਹੈ, ਪਰ ਅਜੇ ਹੋਰ ਤਿਆਰੀ ਦੀ ਲੋੜ ਹੈ।
ਕਿਉਂਕਿ ਉਹ ਸੋਝੀਵਾਨ ਜ਼ਿਆਦਾ ਬਣਿਆ ਸੀ ਨਾਲ, ਉਹਨੇ ਪੜ੍ਹਾਈ ਕਰੀ ਸੀ। ਇਹਨਾਂ ਡਾਕਟਰ ਸਾਹਿਬ ਜਿਹੜਾ ਕਿਸਾਨ ਅੰਦੋਲਨ ਇਹ ਚਾਹੁੰਦੇ ਕਿ ਦਿੱਲੀ ਦੀਆਂ ਬਰੂਹਾਂ ਤੋਂ ਸ਼ਿਫਟ ਹੋਵੇ, ਹਾਂਜੀ। ਤੇ ਉਹਦੇ ਤਾਂ ਸਰਸੇ ਦੇ ਵਿੱਚ ਜਿਵੇਂ 100 ਕਿਸਾਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਬਣਾਉਣਾ, ਬਾਅਦ ਦੇ ਵਿੱਚ 900 ਕਿਸਾਨਾਂ ਦੇ ਖਿਲਾਫ ਬਣਾਉਣਾ, ਹਾਂਜੀ। ਇਹਨਾਂ ਨੂੰ ਇਸ ਵੀ ਸ਼ਾਇਦ ਇੱਥੇ ਕੇਸ ਬਣਾਵਾਂਗੇ ਤਾਂ ਕਿਸਾਨ ਜਿਹੜੇ ਦਿੱਲੀ ਤੋਂ ਇੱਥੇ ਆ ਜਾਣਗੇ। ਉਹ ਮੇਰਾ ਖਿਆਲ ਇਹੋ ਜਿਹੇ ਯਤਨ ਆਵੇ ਇਹਨੂੰ ਅੰਦੋਲਨ ਨੂੰ ਖਦੇੜਿਆ ਜਾਵੇ ਉੱਥੋਂ। ਬਿਲਕੁਲ ਬਿਲਕੁਲ, ਯਤਨ ਇਹਨਾਂ ਦੇ ਇਹੀ ਨੇ, ਸਰਸੇ 'ਚ ਕਰ ਦੋ, ਕਦੇ ਕਿਤੇ ਹੋਰ ਕਰ ਦੋ, ਇਹ ਸਾਰਾ ਇਹਨਾਂ ਦਾ ਏਮ ਇਹ ਹੈ ਵੀ ਉੱਥੋਂ ਉੱਠ ਕੇ ਆ ਜਾਣਾ। ਜਿਹੜੀ ਤੁਸੀਂ ਗੱਲ ਇੱਕ ਹੋਰ ਸਿਮਿਲਰਿਟੀ ਜਿਹੜੀ ਸੁਪਰੀਮ ਕੋਰਟ ਨੇ ਵੀ ਪਿੱਛੇ ਕਿਹਾ, 124 ਇਹ ਧਾਰਾ 1870 ਚ ਪਾਈ ਗਈ ਸੀ ਵੀ ਜਿਹੜਾ ਦੇਸ਼ ਭਗਤ ਹੈ ਉਹਦੇ ਤੇ ਦੇਸ਼ ਧਰੋਹ ਦਾ ਮੁਕੱਦਮਾ ਕਰ ਦੋ। ਸੋ ਇਹ ਬਹੁਤ ਵੱਡੀ ਗੱਲ ਸੀ। ਪਰ ਮੈਂ ਇੱਕ ਫਰਕ ਵੀ ਦੱਸਾਂਗਾ, ਜਦ ਸ਼ਹੀਦ ਊਧਮ ਸਿੰਘ ਨੇ ਜਿਹੜਾ ਮਾਈਕਲ ਉਡਵਾਇਰ ਦਾ ਕਤਲ ਕਰਿਆ, ਉਹਦੇ ਵਿੱਚ ਲਾਇਆ ਮਤਾ ਕਿ ਜੀ ਇਹ ਕੰਡੈਮ ਕਰੋ, ਤਾਂ ਜਵਾਨ ਚਮਨ ਲਾਲ ਨੇ ਉਹਦੀ ਵਿਰੋਧਤਾ ਕਰੀ ਕਿ ਮੈਂ ਨਹੀਂ ਕੰਡੈਮ ਕਰਨਾ, ਨਹੀਂ ਕੰਡੈਮ ਕਰਿਆ। ਇਸੇ ਤਰ੍ਹਾਂ ਦੋ ਸ਼ਖਸਾਂ ਨੇ ਇਸ ਦੇ ਮਾਮਲੇ ਦੇ ਵਿੱਚ ਰਿਜ਼ਾਈਨ ਕਰਿਆ, ਰੋਲ ਟੈਕਸ ਦੇ ਮਾਮਲੇ 'ਚ, ਕਿਉਂਕਿ ਰੋਲ ਟੈਕਸ ਤੋਂ 1919 ਦਾ ਕਾਂਡ ਹੀ ਰੋਲ ਟੈਕਸ ਕਰਕੇ ਹੋਇਆ। ਰੋਲ ਟੈਕਸ ਦੇ ਮਾਮਲੇ ਦੇ ਉੱਤੇ ਦੋ ਸ਼ਖਸ ਜਿਹੜੇ ਸੀ, ਇੱਕ ਮੁਹੰਮਦ ਅਲੀ ਜਿਨਾਹ ਤੇ ਇੱਕ ਮਦਨ ਮੋਹਨ ਮਾਲਵੀਆ, ਇਹ ਦੋਨਾਂ ਨੇ ਇੰਪੀਰੀਅਲ ਕੌਂਸਲ ਦੇ ਵਿੱਚੋਂ ਰਿਜ਼ਾਈਨ ਕਰਿਆ ਸੀ। ਤੇ ਜਿਹੜਾ ਅੱਜ ਕਿਸਾਨ ਉਹੀ ਮੰਗ ਰਹੇ ਨੇ ਤੁਸੀਂ ਇਹਦੇ ਚੋਂ ਰਿਜ਼ਾਈਨ ਕਰੋ। ਅੰਗਰੇਜ਼ ਵਾਲੇ ਤਾਂ ਨਹੀਂ ਕਰਨਗੇ, ਜਿਵੇਂ ਕਿ ਬੀਜੇਪੀ ਵਾਲੇ ਤਾਂ ਨਹੀਂ ਕਰਨਗੇ, ਪਰ ਵਿਰੋਧੀ ਪਾਰਟੀ ਨੂੰ ਕਹਿ ਰਹੇ ਤੁਸੀਂ ਰਿਜ਼ਾਈਨ ਕਰ ਦਿਓ ਬਈ, ਤੁਸੀਂ ਕੀ ਕਰਨਾ ਇੱਥੇ ਬੈਠ ਕੇ। ਸੋ ਮੈਨੂੰ ਐਂ ਲੱਗਦਾ ਵੀ ਬੜੀ ਹੀ ਸਿਮਿਲਰਿਟੀ ਆ ਉਹਦੇ ਵਿੱਚ। ਜਦ ਅਸੀਂ ਦੇਖਦਾ ਰੋਲ ਟੈਕਸ ਤੋਂ ਚੱਲ ਕੇ ਸ਼ਹੀਦ ਊਧਮ ਸਿੰਘ ਜੀ ਤੋਂ ਜਿਹੜੇ ਉਸ ਰੋਲ ਟੈਕਸ ਦੇ ਵਿਰੋਧ ਦੇ ਵਿੱਚ ਜੋ ਹੋਇਆ ਸੀ, ਡਾਕਟਰ ਸਤਪਾਲ ਤੇ ਡਾਕਟਰ ਸੈਫੂਦੀਨ ਕਿਚਲੀ ਦੇ ਅਰੈਸਟ ਹੋਣ ਦੇ ਕਾਰਨ ਜਿਹੜਾ ਜਲਿਆਂਵਾਲੇ ਬਾਗ ਦਾ ਹੋਇਆ ਸਾਰਾ, ਉਹਦੇ ਵਿੱਚੋਂ ਸਾਰੀ ਗੱਲ ਜੋ ਨਿਕਲਦੀ ਅੱਜ ਉਹੀ ਜਿਹੀ ਸਿਮਿਲਰਿਟੀ, ਉਹੀ ਜਿਹੀ ਮੰਗ ਹੈ। ਸੋ ਇੱਕ ਗੱਲ ਮੈਂ ਇਸ ਤੇ ਅੱਜ ਦੇ ਦਿਨ ਤੇ ਜ਼ਰੂਰ ਕਹਾਂਗਾ ਨੌਜਵਾਨਾਂ ਨੂੰ ਵੀ ਸਾਨੂੰ ਇਹ ਇਮੋਸ਼ਨਲ ਜ਼ਿਆਦਾ ਹੋਣ ਦੀ ਬਜਾਏ ਸਾਨੂੰ ਥੋੜ੍ਹਾ ਰੈਸ਼ਨਲ, ਜੇ ਭਗਤ ਸਿੰਘ ਨੇ ਵੀ ਕਿਹਾ ਵੀ ਅਸੀਂ ਕੋਈ ਕਤਲ ਨਹੀਂ ਕਰਨਾ ਚਾਹੁੰਦੇ ਸੀ, ਸਾਡੀ ਇਹ ਮਜਬੂਰੀ ਬਣ ਗਈ ਸੀ। ਚੰਨਣ ਸਿੰਘ ਦਾ ਵੀ ਕਤਲ ਸਾਨੂੰ ਤਾਂ ਕਰਨਾ ਪਿਆ ਜਦ ਉਹਨੂੰ ਪਹਿਲਾਂ ਕਿਹਾ ਤੂੰ ਹਟ ਜਾ, ਤੂੰ ਚਲੇ ਜਾ, ਅਸੈਂਬਲੀ 'ਚ ਬੰਬ ਸੁੱਟਣਾ ਵੀ ਸਾਰਾ ਮਾਰਨਾ ਨਹੀਂ, ਤਾਂ ਹੀ ਧੂਏ ਵਾਲਾ ਬੰਬ ਸੁੱਟਿਆ ਸੀ। ਸੋ ਗਿਆਨ ਦਾ ਬੰਬ ਜ਼ਰੂਰੀ ਹੈ। ਇੱਕ ਮੈਂ ਆਪਦੀ ਗੱਲ ਖਤਮ ਕਰਨ ਤੋਂ ਪਹਿਲਾਂ ਜ਼ਰੂਰ ਕਹਾਂਗਾ ਵੀ ਸ਼ਹੀਦ ਊਧਮ ਸਿੰਘ ਨੇ ਕਿਉਂਕਿ ਸੱਚੀ-ਮੁੱਚ ਉੱਥੇ ਕਿਹਾ ਕਿ ਮੈਨੂੰ ਮਰਨ ਦਾ ਕੋਈ ਡਰ ਨਹੀਂ, ਆਪੇ ਸਰੈਂਡਰ ਕਰਤਾ, ਉੱਥੇ ਭੱਜਿਆ ਨਹੀਂ ਹੈ, ਕਹਿੰਦਾ ਮੈਨੂੰ ਮਰਨ ਦਾ ਕੋਈ ਡਰ ਨਹੀਂ ਹੈ, ਮੈਂ ਬਦਲਾ ਲੈਣਾ, ਮੈਂ ਇਸੇ ਕੰਮ 'ਤੇ ਆਇਆ ਸੀ, ਮੈਂ ਆਪਦੇ ਦੇਸ਼ ਨੂੰ ਬਚਾਉਣਾ ਆਇਆ ਸੀ। ਕਹਿੰਦਾ ਮੁੜ ਮੁੜ ਕੇ ਦੇਸ਼ ਬਚੇਗਾ, ਮੁੜ ਮੁੜ ਕੇ ਲੋਕ ਉੱਠਣਗੇ, ਕਹਿੰਦਾ ਲੱਖਾਂ ਹੀ ਲੋਕ ਉੱਠਣਗੇ। ਇਹ ਆਏ ਨਹੀਂ ਨਾ ਇਕੱਲੇ ਦਾ ਕਤਲ ਸੀ, ਇਹ ਲੱਖਾਂ ਹੀ ਲੋਕ ਕਹਿੰਦਾ ਉੱਠਣਗੇ ਤੇ ਮੈਨੂੰ ਭਗਤ ਸਿੰਘ ਹੋਰੀ ਯਾਦ ਕਰਦੇ ਨੇ, ਮੈਂ ਉਹਨਾਂ ਕੋਲ ਜਾਣਾ, ਮੈਂ ਉਹਨਾਂ ਕੋਲ ਜਾਊਂਗਾ। ਮੈਨੂੰ 23 ਨੂੰ ਹੀ ਫਾਂਸੀ ਦਿਓ, ਉਹਨੇ ਇਹ ਵੀ ਆਖਿਆ, 13 ਤਰੀਕ ਨੇ ਆਖਿਆ ਮੈਂ ਆਸ ਕਰਾਂਗੇ ਕਿ ਮੈਨੂੰ 23 ਨੂੰ ਹੀ ਫਾਂਸੀ ਦਿਓ, 23 ਨੂੰ ਗਏ ਨੇ। ਸੋ ਉਹਦੇ ਉੱਤੇ ਇੱਕ ਕਵੀ ਨੇ ਲਿਖਿਆ ਵੀ ਊਧਮ ਸਿੰਘ ਨੇ ਜੋ ਇਹ ਕਹੇ, ਉਹਦੀ ਕਵਿਤਾ ਬਣਾਈ ਉਹਨੇ, ਕਹਿੰਦਾ ਮੈਨੂੰ ਫੜ ਲਓ ਲੰਡਨ ਵਾਸੀਓ, ਮੈਂ ਖੜਾ ਪੁਕਾਰਾਂ, ਮੈਂ ਕਾਤਲ ਉਡਵਾਇਰ ਦਾ ਮੈਂ ਗੋਲੀ ਮਾਰੀ, ਮੈਂ ਨਸਲਾਂ ਮੂਲ ਨਹੀਂ ਚਾਹੁੰਦਾ ਕੋਈ ਮਾਰੇ ਉਡਾਰੀ, ਮੈਂ ਮੋੜੀ ਭਾਜੀ ਦੇਸ਼ ਦੀ ਕਰਕੇ ਹੁਸ਼ਿਆਰੀ, ਮੈਂ ਇਖਲਾਕੀ ਮੁਜਰਮ ਨਹੀਂ, ਮੈਂ ਇਖਲਾਕੀ ਮੁਜਰਮ ਨਹੀਂ, ਮੈਂ ਹਾਂ ਵਤਨ ਪੁਜਾਰੀ, ਮੈਨੂੰ ਫੜ ਲਓ ਲੰਡਨ ਵਾਸੀਓ, ਮੈਂ ਖੜਾ ਪੁਕਾਰਾਂ, ਮੈਂ ਕਾਤਲ ਉਡਵਾਇਰ ਦਾ ਮੈਂ ਗੋਲੀ ਮਾਰੀ। ਸੋ ਡਾਕਟਰ ਸਾਹਿਬ ਇਹ ਸੋਚ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਤੁਸੀਂ ਦੇਸ਼ ਦੇ ਨੌਜਵਾਨਾਂ ਨੂੰ ਜਿਹੜਾ ਸੰਦੇਸ਼ ਦਿੱਤਾ, ਕਿਸਾਨਾਂ ਨੂੰ ਜਿਹੜਾ ਸੰਦੇਸ਼ ਦਿੱਤਾ ਵੀ ਤੁਹਾਨੂੰ ਵੀ ਸ਼ਹੀਦ ਊਧਮ ਸਿੰਘ ਤੋਂ ਸਿੱਖਣਾ ਚਾਹੀਦਾ। ਉਹਨੇ ਜੇ 21 ਸਾਲ ਲਾਏ ਤਾਂ ਤੁਹਾਨੂੰ ਆਪਣੀ ਜਿੱਤ ਲਈ ਜਿਹੜਾ ਹੋਰ ਮਤਲਬ ਸਾਹਸ ਨਾਲ, ਹੋਰ ਦ੍ਰਿੜਤਾ ਨਾਲ, ਦ੍ਰਿੜ ਸੰਕਲਪ ਹੋ ਕੇ ਮਤਲਬ ਇਹ ਸਰਕਾਰ ਦੇ ਜਿਹੜੇ ਡਿਜ਼ਾਈਨ ਆ ਉਹਨੂੰ ਹਰਾਉਣਾ ਚਾਹੀਦਾ, ਉਹਦੇ ਚੋਂ ਹੀ ਤੁਹਾਡੀ ਜਿੱਤ ਨਿਕਲੇਗੀ। ਇਹ ਸੋਚ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇੱਥੇ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਹਾਂ ਅੱਗੇ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ।